ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਬੇਸ ਦੇ ਉੱਤੇ ਪੰਜਾਬ ਹਿਸਟਰੀ ਐਂਡ ਕਲਚਰ ਦੇ ਹਰ ਇੱਕ ਟੌਪਿਕ ਨੂੰ ਵਿਦ ਡਿਟੇਲ ਆਪਾਂ ਡਿਸਕਸ ਕਰਦੇ ਹਾਂ। ਉਸੇ ਤਰੀਕੇ ਦੇ ਨਾਲ ਅੱਜ ਦਾ ਆਪਣਾ ਲੈਕਚਰ ਰਹੇਗਾ। ਆਲਰੇਡੀ ਆਪਾਂ ਜੋ ਲੈਕਚਰ ਲਗਾ ਚੁੱਕੇ ਹਾਂ ਪੰਜਾਬ ਹਿਸਟਰੀ ਐਂਡ ਕਲਚਰ ਦੇ, ਉਹ ਆਪਾਂ ਇੱਕ ਵਾਰ ਦੇਖ ਲੈਣੇ ਕਿ ਕਿਹੜੇ ਕਿਹੜੇ ਲੈਕਚਰ ਆਪਣੇ ਹੋ ਚੁੱਕੇ ਨੇ ਜਾਂ ਕਿਹੜੇ ਕਿਹੜੇ ਟੌਪਿਕਸ ਆਪਾਂ ਕਲੀਅਰ ਕਰ ਚੁੱਕੇ ਹਾਂ ਫਿਲਹਾਲ ਤੱਕ। ਅਗਰ ਦੇਖਿਆ ਜਾਵੇ, ਫਸਟਲੀ ਆਪਾਂ ਸਟਾਰਟ ਕੀਤਾ ਸੀ ਪੰਜਾਬ ਦੇ ਫਿਜ਼ੀਕਲ ਫੀਚਰਸ, ਉਸਦੇ ਡਰੇਨੇਜ ਸਿਸਟਮ, ਪੰਜਾਬ ਦੇ ਵਿੱਚ ਕਿਹੜੇ ਭੰਗੜਾ, ਡਾਂਸ, ਗਿੱਧਾ ਕਿ ਕੀ ਪੰਜਾਬ ਦੇ ਵਿੱਚ ਕਿਹੜੇ ਮਿਊਜ਼ੀਕਲ ਇੰਸਟਰੂਮੈਂਟ ਯੂਜ਼ ਹੁੰਦੇ ਨੇ, ਪੰਜਾਬ ਦੇ ਫੇਅਰ ਐਂਡ ਫੈਸਟੀਵਲਸ। ਆਫਟਰ ਦੈਟ ਆਪਾਂ ਸਿੱਖਿਜ਼ਮ ਨੂੰ ਸਟਾਰਟ ਕੀਤਾ, ਗੁਰੂਸ, ਸਿੱਖ ਗੁਰੂਸ ਬਾਰੇ ਪੜ੍ਹਿਆ। ਆਫਟਰ ਦੈਟ ਆਪਾਂ ਦੇਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਟੱਡੀ ਕੀਤਾ। ਸੋ ਅੱਜ ਦਾ ਆਪਣਾ ਲੈਕਚਰ ਰਹੇਗਾ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ। ਅਗਰ ਬੇਸਿਕਲੀ ਮੋਟੀਆਂ ਗੱਲਾਂ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ, ਤਾਂ ਫਸਟਲੀ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਟੌਪਿਕ ਹੈ ਉਹ ਬਹੁਤ ਜ਼ਿਆਦਾ ਇੰਟਰਸਟਿੰਗ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ। ਪੜ੍ਹਨ ਦੇ ਮਾਮਲੇ ਦੇ ਵਿੱਚ ਇਹ ਟੌਪਿਕ ਕੀ ਹੈ, ਇੰਟਰਸਟਿੰਗ ਹੈ, ਤੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਟੌਪਿਕ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਗਰ ਮੋਟੀ ਗੱਲ ਕੀਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਈਫ ਦੀ, ਤਾਂ ਇੱਕ ਵਾਰ ਆਪਾਂ ਓਵਰਵਿਊ 'ਚ ਦੇਖ ਲਈਏ ਤਾਂ ਸਾਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਬਰਥ ਹੋਇਆ ਸੀ ਉਹ 1780 ਦੇ ਵਿੱਚ ਗੁਜਰਾਂਵਾਲਾ ਵਿਖੇ ਹੋਇਆ ਸੀ। ਸੁੱਕਰ ਚੱਕੀਆ ਮਿਸਲ ਤੋਂ ਬਿਲੋਂਗ ਕਰਦੇ ਸਨ। ਬਹੁਤ ਛੋਟੀ ਉਮਰ ਦੇ ਸਨ ਜਦੋਂ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ। ਉਹ ਅਗਰ ਪਰਸਨੈਲਿਟੀ ਵਾਈਜ਼ ਦੇਖਿਆ ਜਾਵੇ, ਅਗਰ ਉਹਨਾਂ ਦੀ ਸਰੀਰਕ ਪੱਖੋਂ ਗੱਲ ਕੀਤੀ ਜਾਵੇ ਤਾਂ ਉਹ ਜ਼ਿਆਦਾ ਸੋਹਣੇ ਨਹੀਂ ਸਨ, ਉਹ ਦੁਬਲੇ ਪਤਲੇ ਸਨ ਤੇ ਬਚਪਨ ਦੇ ਵਿੱਚ ਹੀ ਚੇਚਕ ਦੀ ਬਿਮਾਰੀ ਦੇ ਕਾਰਨ ਉਹਨਾਂ ਦੀ ਇੱਕ ਅੱਖ ਕੀ ਹੈ, ਇੱਕ ਅੱਖ ਉਹਨਾਂ ਦੀ ਖਰਾਬ ਹੋ ਗਈ ਸੀ, ਜਿਸ ਕਰਕੇ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਸਭ ਨੂੰ ਇੱਕ ਅੱਖ ਨਾਲ ਹੀ ਦੇਖਦੇ ਸਨ। ਪੜ੍ਹਨ ਦੇ ਵਿੱਚ ਉਹਨਾਂ ਦਾ ਕੋਈ ਖਾਸ ਇੰਟਰਸਟ ਨਹੀਂ ਸੀ, ਬਟ ਜੋ ਬਾਕੀ ਐਕਟੀਵਿਟੀ ਸੀ ਲਾਈਕ ਤੀਰ ਅੰਦਾਜ਼ੀ, ਆਪਣਾ ਘੋੜ ਸਵਾਰੀ, ਉਹਨਾਂ ਸਭ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਜ਼ਿਆਦਾ ਨਿਪੁੰਨ ਸਨ। ਛੋਟੀ ਉਮਰ ਦੇ ਵਿੱਚ ਫਾਦਰ ਦੀ ਡੈਥ ਹੋਣ ਤੋਂ ਬਾਅਦ ਪੂਰਾ ਜੋ ਰਾਜ ਬਾਟ ਸੀ ਉਹਨਾਂ ਨੇ ਸੰਭਾਲਿਆ ਸੀ ਤੇ 1799 ਦੇ ਵਿੱਚ ਉਹਨਾਂ ਨੇ ਲਾਹੌਰ ਨੂੰ ਜਿੱਤ ਲਿਆ ਸੀ ਤੇ ਆਪਣੀ ਕੈਪੀਟਲ ਬਣਾ ਲਿਆ ਸੀ। ਆਫਟਰ ਦੈਟ 1801 ਦੇ ਵਿੱਚ ਉਹਨਾਂ ਨੇ ਮਹਾਰਾਜਾ ਦਾ ਟਾਈਟਲ ਉਹਨਾਂ ਨੂੰ ਮਿਲ ਗਿਆ ਸੀ। 1809 ਦੇ ਵਿੱਚ ਉਹਨਾਂ ਨੇ ਲਾਈਕ ਇੱਕ ਟ੍ਰੀਟੀ ਸਾਈਨ ਕੀਤੀ ਸੀ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਕਹਿੰਦੇ ਬਹੁਤ ਇੰਪੋਰਟੈਂਟ ਮੰਨੀ ਜਾਂਦੀ ਹੈ। 1809 ਦੇ ਵਿੱਚ ਟ੍ਰੀਟੀ ਸਾਈਨ ਕਰਨ ਤੋਂ ਬਾਅਦ ਇੱਕ ਆਪਾਂ ਅਗਰ ਇੰਪੋਰਟੈਂਟ ਇਵੈਂਟ ਦੀ ਗੱਲ ਕਰੀਏ ਤਾਂ 1818 ਦੇ ਵਿੱਚ ਉਹਨਾਂ ਦੀ ਇੱਕ ਜਿੱਤ ਸੀ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। 1835 ਦੇ ਵਿੱਚ ਹਰੀ ਸਿੰਘ ਨਲੂਆ ਦੀ ਜਦੋਂ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਜ਼ਿਆਦਾ ਵੀਕ ਹੋ ਜਾਂਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ 1839 ਦੇ ਵਿੱਚ ਹੋ ਜਾਂਦੀ ਹੈ। ਠੀਕ ਹੈ ਜੀ। ਆਫਟਰ ਜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਦੀ ਗੱਲ ਕਰੀਏ ਤਾਂ ਪੰਜਾਬ ਦਾ ਜੋ ਰਾਜ ਬਾਟ ਹੈ ਉਹ ਪੂਰੇ ਤਰੀਕੇ ਦੇ ਨਾਲ ਡਗਮਗਾ ਜਾਂਦਾ ਹੈ। ਕਿਉਂ? ਦੇਖੋ, ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਜਿਸ ਟਾਈਮ ਸਨ, ਉਹਨਾਂ ਟਾਈਮ ਅੰਗਰੇਜ਼ਾਂ ਨੇ ਪੰਜਾਬ ਨੂੰ ਇੱਕ ਤਰੀਕੇ ਦਾ ਬਫਰ ਸਟਾਕ ਬਣਾ ਕੇ ਰੱਖਿਆ ਹੋਇਆ ਸੀ ਤੇ ਉਹ ਬਣਾ ਕੇ ਰੱਖਣਾ ਚਾਹੁੰਦੇ ਸਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਤੁਸੀਂ ਡਰਦੇ ਲੈ ਲਓ ਜਾਂ ਤੁਸੀਂ ਇਹ ਲੈ ਲਓ ਕਿ ਉਹ ਬਹੁਤ ਰਿਸਪੈਕਟ ਕਰਦੇ ਸਨ, ਜਾਂ ਉਹ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਡਰਦੇ ਸਨ ਕਿ ਉਹ ਪੰਜਾਬ ਵੱਲ ਅੱਖ ਚੱਕ ਕੇ ਵੀ ਨਹੀਂ ਦੇਖ ਸਕਦੇ ਸਨ। ਈਵਨ ਕਿ ਬ੍ਰਿਟਿਸ਼ਰਸ ਤੋਂ ਇਲਾਵਾ ਹੋਰ ਕਈ ਪਾਵਰ ਸੀ, ਜੋ ਅਫਗਾਨ ਸੀ, ਨਾਲ ਅਫਗਾਨਿਸਤਾਨ ਪੈ ਜਾਂਦਾ ਪੰਜਾਬ ਦੇ ਨਾਲ, ਤੁਸੀਂ ਦੇਖੋਗੇ ਇੱਧਰਲੀ ਸਾਈਡ ਅਫਗਾਨਿਸਤਾਨ ਪੈ ਜਾਂਦਾ ਸੀ। ਤਾਂ ਅਫਗਾਨਿਸਤਾਨ ਤੋਂ ਅੱਗੇ ਉਹਨਾਂ ਨੂੰ ਲੱਗਦਾ ਸੀ ਕਿ ਅਗਰ ਰਸ਼ੀਆ ਇੰਡੀਆ ਦੇ ਵਿੱਚ ਇਨਵੇਡ ਕਰੇਗੀ ਤਾਂ ਅਫਗਾਨਿਸਤਾਨ ਦੇ ਰਸਤੇ ਤੋਂ ਇਨਵੇਡ ਕਰੇਗੀ, ਬਟ ਇਸ ਰਸਤੇ ਤੋਂ ਇਨਵੇਜ਼ਨ ਹੋਏਗੀ ਪੰਜਾਬ ਦੇ ਵਿੱਚ। ਬਟ ਜਿੰਨਾ ਟਾਈਮ ਮਹਾਰਾਜਾ ਰਣਜੀਤ ਸਿੰਘ ਸਨ ਉਹਨਾਂ ਟਾਈਮ ਕੋਈ ਵੀ ਬਾਹਰਲੀ ਪਾਵਰ ਪੰਜਾਬ ਦੇ ਵਿੱਚ ਇਨਵੇਡ ਨਹੀਂ ਸੀ ਕਰ ਸਕਦੀ। ਬਟ ਆਫਟਰ ਦੈਟ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਹੋ ਜਾਂਦੀ ਹੈ। 4-5 ਸਾਲਾਂ ਦੇ ਵਿੱਚ ਬਹੁਤ ਸਾਰੇ ਸਕਸੈਸਰ ਚੇਂਜ ਹੋ ਜਾਂਦੇ ਨੇ। ਜਿਵੇਂ ਪਤਾ ਹੋਏਗਾ ਤੁਹਾਨੂੰ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਤੋਂ ਬਾਅਦ ਖੜਕ ਸਿੰਘ ਗੱਦੀ ਦੇ ਉੱਤੇ ਬੈਠਦੇ ਨੇ। ਖੜਕ ਸਿੰਘ ਦੀ ਮੌਤ ਹੋ ਜਾਂਦੀ ਹੈ। ਨੌ ਨਿਹਾਲ ਸਿੰਘ ਗੱਦੀ ਦੇ ਉੱਤੇ ਬੈਠਦੇ ਨੇ। ਨੌ ਨਿਹਾਲ ਦੀ ਡੈਥ ਤੋਂ ਬਾਅਦ ਮਾਤਾ ਚੰਦ ਕੌਰ ਗੱਦੀ ਦੇ ਉੱਤੇ ਬੈਠਦੇ ਨੇ। ਚੰਦ ਕੌਰ ਦੀ ਡੈਥ ਤੋਂ ਬਾਅਦ ਸ਼ੇਰ ਸਿੰਘ ਗੱਦੀ ਦੇ ਉੱਤੇ ਬੈਠਦੇ ਨੇ ਤੇ ਸ਼ੇਰ ਸਿੰਘ ਦੀ ਗੱਦੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਜੋ ਯੰਗੈਸਟ ਸਨ ਦਲੀਪ ਸਿੰਘ ਗੱਦੀ ਦੇ ਉੱਤੇ ਬੈਠਦੇ ਨੇ। ਸੋ ਅੰਗਰੇਜ਼ ਜਦੋਂ ਬ੍ਰਿਟਿਸ਼ਰਸ ਜਦੋਂ ਇਸ ਚੀਜ਼ ਨੂੰ ਐਨਾਲਾਈਜ਼ ਕਰਦੇ ਨੇ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਕੀ ਹੋ ਗਿਆ,
ਡਗਮਗਾ ਗਿਆ ਪੰਜਾਬ ਦਾ ਰਾਜ, ਤਾਂ ਫਿਰ ਉਹ ਪੰਜਾਬ ਨੂੰ ਕੀ ਕਰਦੇ ਨੇ, ਕਨਕੁਐਸਟ ਕਰਦੇ ਨੇ, ਕਬਜ਼ਾ ਕਰਦੇ ਨੇ 1849 ਦੇ ਵਿੱਚ। ਸੋ ਅਗਰ ਦੇਖਿਆ ਜਾਵੇ ਤਾਂ ਮੈਂ ਪੂਰੀ ਡਿਟੇਲ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ 5 ਤੋਂ 10 ਮਿੰਟ 'ਚ ਦੱਸ ਚੁੱਕੀ ਹਾਂ। ਹੁਣ ਆਪਾਂ ਪੂਰੀ ਥਿਓਰੀ ਨੂੰ ਸਟੱਡੀ ਕਰਾਂਗੇ। ਸੋ ਅਗਰ ਤੁਸੀਂ ਇਸ ਮੈਪ ਨੂੰ ਐਨਾਲਾਈਜ਼ ਕਰਦੇ ਹੋ ਤਾਂ ਇਹ ਜੋ ਰੀਜ਼ਨ ਸੀ, ਇਹ ਸਾਰੇ ਦਾ ਸਾਰਾ ਪਿਸ਼ਾਵਰ, ਮੁਲਤਾਨ, ਲਾਹੌਰ, ਜੰਮੂ ਕਸ਼ਮੀਰ, ਇਹ ਸਾਰਾ ਦਾ ਸਾਰਾ ਰੀਜ਼ਨ ਕਿਸ ਦਾ ਰਾਜਪਾਟ ਸੀ? ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜਪਾਟ ਸੀ। ਸੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਮੈਂ ਦੱਸਦੀ ਰਵਾਂਗੀ ਕਿ ਕਿਹੜੀ ਚੀਜ਼ ਇੰਪੋਰਟੈਂਟ ਹੈ, ਕਿਹੜੀ ਅਨਇੰਪੋਰਟੈਂਟ ਹੈ, ਬਟ ਤੁਸੀਂ ਸਭ ਕੁਝ ਪੜ੍ਹ ਲਿਓ ਇੱਕ ਵਾਰ। ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਟਾਈਟਲ ਮਿਲੇ ਹੋਏ ਸੀ, ਅਲੱਗ-ਅਲੱਗ ਨਾਮ ਮਿਲੇ ਹੋਏ ਸੀ। ਕਿਹੜੇ-ਕਿਹੜੇ? ਸ਼ੇਰੇ ਪੰਜਾਬ ਕਿਹਾ ਜਾਂਦਾ ਸੀ, ਜਿਸ ਦਾ ਮਤਲਬ ਸੀ ਲਾਈਨ ਆਫ ਪੰਜਾਬ, ਕਿ ਪੰਜਾਬ ਦਾ ਸ਼ੇਰ ਕਿਹਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ। ਜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਕਦੋਂ ਹੋਇਆ ਸੀ? ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਉਹਨਾਂ ਦਾ ਜਨਮ 1780 ਨੂੰ ਗੁਜਰਾਂਵਾਲਾ ਵਿਖੇ ਮਹਾ ਸਿੰਘ ਤੇ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ ਸੀ। ਇਹ ਉਹ ਰੀਜਨ ਹੈ ਜਦੋਂ ਪਾਕਿਸਤਾਨ ਦੇ ਵਿੱਚ ਸੀ। ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਅਗਰ ਸਰੀਰਕ ਪੱਖੋਂ ਦੇਖਿਆ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਜ਼ਿਆਦਾ ਅਟਰੈਕਟਿਵ ਨਹੀਂ ਸਨ। ਉਹਨਾਂ ਦਾ ਕੱਦ ਮਧਰਾ ਸੀ ਤੇ ਕੋਈ ਖਾਸ ਰੰਗ ਵੀ ਗੋਰਾ ਨਹੀਂ ਸੀ, ਤੇ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਸਮਾਲ ਪੌਕਸ ਹੋਣ ਦੇ ਕਰਕੇ ਉਹਨਾਂ ਦੀ ਜੋ ਇੱਕ ਅੱਖ ਸੀ ਉਹ ਕੀ ਹੋ ਗਈ ਸੀ, ਉਹਨਾਂ ਦੀ ਜੋ ਖੱਬੀ ਅੱਖ ਸੀ ਉਹਦਾ ਲਾਸ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ। ਮਹਾਰਾਜਾ ਰਣਜੀਤ ਸਿੰਘ ਜੀ ਦੇ ਫਾਦਰ ਦਾ ਮੈਂ ਨਾਮ ਦੱਸ ਚੁੱਕੀ ਹਾਂ, ਮਹਾ ਸਿੰਘ ਸੀ, ਤੇ ਉਹ ਕਿਹੜੀ ਮਿਸਲ ਤੋਂ ਬਿਲੋਂਗ ਕਰਦੇ ਸਨ? ਕੱਲ ਆਪਾਂ ਮਿਸਲਸ ਬਾਰੇ ਡਿਸਕਸ਼ਨ ਕੀਤੀ ਸੀ। ਉਹ ਬਿਲੋਂਗ ਕਰਦੇ ਸਨ ਸਾਡੀਆਂ ਸ਼ੁਕਰ ਚੱਕੀਆਂ ਮਿਸਲ ਦੇ ਨਾਲ। ਠੀਕ ਹੈ, ਸ਼ੁਕਰ ਚੱਕੀਆਂ ਮਿਸਲ ਦੇ ਆਪਾਂ ਦੇਖ ਲੈਂਦੇ ਹਾਂ ਕਿਹੜੇ-ਕਿਹੜੇ ਪਰਸਨੈਲਿਟੀ ਸਨ ਜੋ ਸ਼ੁਕਰ ਚੱਕੀਆਂ ਮਿਸਲ ਦੇ ਨਾਲ ਬਿਲੋਂਗ ਕਰਦੀਆਂ ਸਨ। ਸਰਦਾਰ ਬੁੱਧ ਸਿੰਘ, ਦੇਖੋ ਹੁਣ ਆਪਸ਼ਨ ਦੇ ਵਿੱਚ ਨਾ ਸਮਟਾਈਮ ਫਾਊਂਡਰ ਸਰਦਾਰ ਬੁੱਧ ਸਿੰਘ ਵੀ ਆ ਜਾਂਦੇ ਨੇ, ਕਈ ਵਾਰ ਚੜਤ ਸਿੰਘ ਵੀ ਆ ਜਾਂਦੇ ਨੇ। ਸੋ ਸਰਦਾਰ ਬੁੱਧ ਸਿੰਘ, ਸਰਦਾਰ ਨੌਨ ਸਿੰਘ, ਸਰਦਾਰ ਚੜਤ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੀ ਸਨ? ਦਾਦਾ ਜੀ ਸਨ। ਸਰਦਾਰ ਮਹਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੌਣ ਸਨ? ਫਾਦਰ ਸਨ, ਮਹਾਰਾਜਾ ਰਣਜੀਤ ਸਿੰਘ। ਤੇ ਉਸ ਤੋਂ ਬਾਅਦ ਉਹਨਾਂ ਤੋਂ ਬਾਅਦ ਰਾਜ ਕੌਰ, ਠੀਕ ਹੈ ਜੀ, ਮਾਈ ਰਾਜ ਕੌਰ ਇਸ ਸ਼ੁਕਰ ਚੱਕੀਆਂ ਮਿਸਲ ਦੀ ਕੀ ਰਹੇ ਨੇ? ਇੱਕ ਤਰੀਕੇ ਦੇ ਅਗਵਾਈ ਕਰ ਰਹੇ ਨੇ। ਹੁਣ ਆਪਾਂ ਮੈਰਿਜ ਦੇਖਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੋ ਵਿਆਹ ਹੋਏ ਸਨ ਉਹ ਕਿਹਨਾਂ ਦੇ ਨਾਲ ਹੋਏ ਸੀ? ਮਹਿਤਾਬ ਕੌਰ ਦੇ ਨਾਲ ਹੋਇਆ ਸੀ, ਸਦਾ ਕੌਰ ਦੇ ਨਾਲ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਮਤਲਬ ਇੱਕ ਕਹਿ ਦਿੰਦੇ ਨਾ ਪਹਿਲੇ ਵਿਆਹ ਹੋਏ ਸੀ। ਸੋ ਆਪਾਂ ਅੱਗੇ ਡਿਸਕਸ ਕਰੀਏ ਮਹਾਰਾਣੀ ਜਿੰਦਾ ਵੀ, ਜੋ ਲਾਸਟ ਸਭ ਤੋਂ ਮਤਲਬ ਇੰਪੋਰਟੈਂਟ ਕਹਿ ਦੋ, ਸਭ ਤੋਂ ਛੋਟੀ ਰਾਣੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ, ਉਹ ਕੌਣ ਸਨ? ਮਹਾਰਾਣੀ ਜਿੰਦਾ ਕੌਰ ਸਨ। ਕਹਿੰਦੇ ਮੈਰਿਡ ਮੋਰਾਨ born in Muslim family used to dance for Maharaja Ranjit Singh after he became Maharaja। ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਾਰਾਜਾ ਬਣਨ ਤੋਂ ਬਾਅਦ ਜੋ ਮੋਹਰਾਂ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਲਈ ਕੀ ਕਰਦੇ ਸਨ? ਡਾਂਸ ਕਰਦੇ ਸਨ। ਦੇਖੋ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੋ ਫਾਦਰ ਦੀ ਜੋ ਡੈਥ ਹੈ ਉਹ ਬਹੁਤ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਛੋਟੇ ਸਨ ਉਸ ਟਾਈਮ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਫਾਦਰ ਦੀ ਜੋ ਡੈਥ ਹੋ ਜਾਂਦੀ ਹੈ। ਆਫਟਰ ਦੈਟ ਜੋ ਰਾਜਪਾਟ ਹੁੰਦਾ ਹੈ ਉਹ 3 ਤਿੱਕੜੀ ਦੇ ਵਿੱਚ ਵੰਡਿਆ ਜਾਂਦਾ ਹੈ। ਉਹ ਤਿੱਕੜੀ ਕਿਹੜੀ ਸੀ? ਦੀਵਾਨ ਲਖਪਤ ਰਾਏ, ਰਾਜ ਕੌਰ ਤੇ ਸਦਾ ਕੌਰ। ਠੀਕ ਹੈ ਜੀ, ਇਹ 3 ਜਾਣੇ। ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ ਸੀ, ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਸੀ, ਤੇ ਉੱਥੋਂ ਦਾ ਗਵਰਨਰ ਸੀ ਦੀਵਾਨ ਲਖਪਤ ਰਾਏ। ਇਹਨਾਂ ਤਿੰਨਾਂ ਦੀ ਇੱਕ ਤਿੱਕੜੀ ਬਣ ਗਈ ਸੀ। ਇਹਨਾਂ ਤਿੰਨਾਂ ਦੇ ਵਿੱਚ ਜੋ ਰਾਜਪਾਟ ਹੈ, ਜੋ ਫੈਸਲੇ ਸਨ ਉਹ ਇੱਕ ਤਰੀਕੇ ਦੇ ਵੰਡੇ ਗਏ ਸਨ। ਕਹਿੰਦੇ ਮਹਾ ਸਿੰਘ ਡਾਈਡ ਇਨ 1792। ਜੋ ਮਹਾ ਸਿੰਘ ਸਨ, ਮਹਾਰਾਜਾ ਰਣਜੀਤ ਸਿੰਘ ਜੀ ਦੇ ਜੋ ਫਾਦਰ ਸਨ ਉਹਨਾਂ ਦੀ 1792 ਦੇ ਵਿੱਚ ਮ੍ਰਿਤੂ ਹੋ ਜਾਂਦੀ ਹੈ। At being minor control administration was put in the hands of his mother। ਤਾਂ ਕਹਿੰਦੇ ਫਿਰ ਥੋੜਾ ਜਿਹਾ ਜਿਹੜਾ ਰਾਜਪਾਟ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਦੇ ਹੱਥ ਵਿੱਚ ਚਲੇ ਜਾਂਦਾ ਹੈ। ਕਿਹਨਾਂ ਦੇ ਹੱਥ ਦੇ ਵਿੱਚ? ਰਾਜ ਕੌਰ ਦੇ ਹੱਥ ਦੇ ਵਿੱਚ। she handed over the administration to ਸਰਦਾਰ ਲਖਪਤ ਰਾਏ। ਤੇ ਉਹ ਆਪਣਾ ਜਿਹੜਾ ਉਹ ਉਹਨਾਂ ਨੂੰ ਲੱਗਦਾ ਕਿ ਮੈਂ ਇੰਨੇ ਕੈਪੇਬਲ ਨਹੀਂ ਹੈ ਇਸ ਰਾਜਪਾਟ ਨੂੰ ਸਾਂਭਣ ਦੇ ਲਈ, ਤਾਂ ਉਹ ਸਾਰੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਫੈਸਲੇ ਨੇ ਜਾਂ ਤੁਸੀਂ ਇਹ ਕਹਿ ਲਓ ਕਿ ਉਹ ਜਿਹੜਾ ਰਾਜਪਾਟ ਸੀ ਉਹ ਲਖਪਤ ਰਾਏ ਦੇ ਹੱਥ ਦੇ ਵਿੱਚ ਦੇ ਦਿੰਦੇ ਨੇ। The administration of Sukkar Misal remained in the hand of Raj Kaur, Diwan Lakhpat Rai and Sada Kaur।
ਕਹਿੰਦੇ ਜਿਹੜੀ ਸੁੱਕਰ ਚੱਕੀਆ ਮਿਸਲ ਸੀ ਉਹ ਤਿੰਨਾਂ ਦੇ ਵਿੱਚ ਵੰਡੀ ਗਈ ਸੀ, ਫਸ ਕੇ ਰਹਿ ਗਈ ਸੀ ਕਿਹਨਾਂ ਦੇ ਹੱਥਾਂ ਦੇ ਵਿੱਚ? ਸਦਾ ਕੌਰ ਜੋ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਨ, ਰਾਜ ਕੌਰ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਸਨ, ਤੇ ਲਖਪਤ ਰਾਏ ਦੇ ਹੱਥ ਦੇ ਵਿੱਚ। ਕਹਿੰਦੇ देयरफॉर पीरियड इज कॉल्ड एज अ पीरियड ऑफ ट्रियूनी रीजेंसी। ठीक है, एग्जाम ਦੇ ਵਿੱਚ ਪੁੱਛਿਆ ਜਾ ਸਕਦਾ ਹੈ। ट्राईयूनी रीजेंसी ਕਿਹਾ ਜਾਂਦਾ ਸੀ ਕਿਉਂਕਿ ਪਾਵਰ ਕਿੰਨਾ ਇਹਨਾਂ ਤਿੰਨਾਂ ਦੇ ਹੱਥ ਦੇ ਵਿੱਚ ਸੀ। ਠੀਕ ਹੈ ਜੀ। ਦੈਨ ਅੱਗੇ ਕੀ ਹੁੰਦਾ ਹੈ? ਕਹਿੰਦੇ 1797 when Ranjit Singh turned 17 he took the administration in his hand and appointed Dal Singh as his prime minister। ਕਹਿੰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ 17 ਸਾਲ ਦੇ ਹੁੰਦੇ ਨੇ ਤਾਂ ਉਹ ਸਾਰਾ ਰਾਜਪਾਠ ਆਪਣੇ ਹੱਥਾਂ ਦੇ ਵਿੱਚ ਲੈ ਲੈਂਦੇ ਨੇ ਤੇ ਦਲ ਸਿੰਘ ਨੂੰ ਆਪਣਾ ਕੀ ਹੈ ਪ੍ਰਾਈਮ ਮਿਨਿਸਟਰ ਕੀ ਕਰਦੇ ਨੇ ਘੋਸ਼ਿਤ ਕਰਦੇ ਨੇ। ਕਲੀਅਰ ਹੈ ਜੀ, ਹੋਪਫੁਲੀ ਕਲੀਅਰ ਹੋਏਗਾ। ਉਸ ਤੋਂ ਬਾਅਦ ਸਭ ਤੋਂ ਪਹਿਲੀ ਜਿੱਤ ਹੁਣ ਜੋ ਲਾਹੌਰ ਦਾ ਕਬਜ਼ਾ ਹੈ ਜਾਂ ਲਾਹੌਰ ਦੀ ਜਿੱਤ ਹੈ, ਇਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਸਭ ਤੋਂ ਪਹਿਲੀ ਲੜਾਈ ਤੇ ਸਭ ਤੋਂ ਪਹਿਲੀ ਜਿੱਤ ਸੀ। ਕਿੱਥੋਂ ਦੀ? ਲਾਹੌਰ ਦੀ। ਪੁੱਛਿਆ ਜਾਂਦਾ ਕਦੋਂ ਹੋਈ ਸੀ? 1799 ਦੇ ਵਿੱਚ। ਕਹਿੰਦੇ ਰੈਸੀਡੈਂਟ ਲਾਹੌਰ ਇਨਕਲੂਡਿੰਗ ਦਾ ਹਿੰਦੂ, ਸਿੱਖ ਐਂਡ ਦਾ ਮੁਸਲਿਮ ਇਨਵਾਈਟਡ ਮਹਾਰਾਜਾ ਰਣਜੀਤ ਸਿੰਘ। ਕਹਿੰਦੇ ਉੱਥੇ ਲਾਹੌਰ ਦੇ ਰਹਿਣ ਵਾਲੇ ਸਿੱਖ, ਹਿੰਦੂਆਂ ਤੇ ਮੁਸਲਿਮਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਨਵਾਈਟ ਕੀਤਾ ਸੀ ਅਮਾਲ ਐਡਮਿਨਿਸਟ੍ਰੇਸ਼ਨ ਆਫ ਭੰਗੀ ਚੀਫਸ ਤੋਂ ਬਚਣ ਦੇ ਲਈ। ਕਹਿੰਦੇ ਨਿਜ਼ਾਮੁद्दीन ਦਾ ਰੂਲਰ ਆਫ ਕਸੂਰ ਵਾਸ ਆਲਸੋ ਵਾਂਟਡ ਦਾ ਕੈਪਚਰ ਆਫ ਲਾਹੌਰ। ਕਹਿੰਦੇ ਜਿਹੜਾ ਕਸੂਰ ਦਾ ਐਡਮਿਨਿਸਟ੍ਰੇਟਰ ਸੀ ਜਾਂ ਰੂਲਰ ਸੀ ਉਹ ਵੀ ਲਾਹੌਰ ਨੂੰ ਕੈਪਚਰ ਕਰਨਾ ਚਾਹੁੰਦਾ ਸੀ, ਬਟ ਐਟ ਦਾ ਐਂਡ ਜਿਹੜਾ ਕੈਪਚਰ ਕੀਤਾ ਗਿਆ ਸੀ, ਇਹ ਲੜਾਈ ਸੀ, ਇਹ ਜੰਗ ਸੀ, ਕਿਹਨਾਂ ਦੇ ਦੁਆਰਾ ਜਿੱਤੀ ਗਈ ਸੀ? ਮਹਾਰਾਜਾ ਰਣਜੀਤ ਸਿੰਘ ਜੀ ਦੇ ਦੁਆਰਾ ਜਿੱਤੀ ਗਈ ਸੀ। ਤੇ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਜਿਹੜੀ ਰਾਜਧਾਨੀ ਸੀ, ਆਪਣੀ ਕੈਪੀਟਲ ਸੀ, ਉਹ ਚੇਂਜ ਕਰਕੇ ਗੁਜਰਾਂਵਾਲਾ ਤੋਂ ਕੀ ਕਰਤੀ ਸੀ? ਲਾਹੌਰ ਕਰਤੀ ਸੀ। ਠੀਕ ਹੈ ਜੀ, ਗੁਜਰਾਂਵਾਲਾ ਤੋਂ ਲਾਹੌਰ ਕਰਤੀ ਸੀ। ਅਗਰ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਕੈਪੀਟਲ ਪੁੱਛਿਆ ਜਾਵੇ ਤਾਂ ਲਾਹੌਰ ਹੋਏਗਾ। ਅਗਰ ਪੁੱਛਿਆ ਜਾਵੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਿਲੀਜੀਅਸ ਕੈਪੀਟਲ ਕਿਹੜੀ ਸੀ ਤਾਂ ਆਨਸਰ ਹੋਏਗਾ ਅੰਮ੍ਰਿਤਸਰ। ਠੀਕ ਹੈ ਜੀ, ਰਿਲੀਜੀਅਸ ਕੈਪੀਟਲ ਉਹਨਾਂ ਦੀ ਅੰਮ੍ਰਿਤਸਰ ਸੀ। ਅੱਗੇ ਦੇਖਿਆ ਜਾਵੇ, ਦੇਖੋ ਜਦੋਂ ਲਾਹੌਰ ਦੀ ਜਦੋਂ ਜਿੱਤ ਪ੍ਰਾਪਤ ਕਰ ਲਈ ਸੀ ਉਹਨਾਂ ਨੇ 1799 ਦੇ ਵਿੱਚ, ਮਾਤਰ 17 ਸਾਲ ਦੇ ਸਨ। ਆਫਟਰ ਦੈਟ ਉਹਨਾਂ ਨੂੰ ਕੀ ਹੈ, ਉਹਨਾਂ ਨੂੰ ਟਾਈਟਲ ਮਿਲਿਆ ਮਹਾਰਾਜਾ ਦਾ। ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਹਾਰਾਜਾ ਦਾ ਜੋ ਟਾਈਟਲ ਹੈ ਉਹ ਕਿਹੜੇ ਸਨ ਜਾਂ ਕਿਹੜੇ ਸਾਲ ਦੇ ਵਿੱਚ ਮਿਲਿਆ ਸੀ ਤਾਂ ਆਨਸਰ ਹੋਏਗਾ 1801 ਦੇ ਵਿੱਚ। ਕਹਿੰਦੇ ਆਫਟਰ ਯੂਨਾਈਟਿੰਗ 12 ਸਿੱਖ ਮਿਸਲਸ, ਹੁਣ ਉਹ ਜੋ 12 ਦਲ ਖਾਲਸਾ ਨੂੰ ਤੋੜ ਕੇ ਜਿਹੜੀਆਂ 12 ਮਿਸਲਸ ਬਣੀਆਂ ਸੀ, ਹੁਣ ਉਹਨਾਂ ਨੂੰ ਦੁਬਾਰਾ ਤੋਂ ਰੀਯੂਨਾਈਟ ਕਰ ਦਿੱਤਾ ਗਿਆ ਸੀ। ਤਾਂ ਉਸ ਤੋਂ ਬਾਅਦ ਪੰਜਾਬ ਇੱਕ ਸੂਬਾ ਬਣ ਗਿਆ ਸੀ, ਇਕੱਠਾ ਹੋ ਗਿਆ ਸੀ। 12 ਅਪ੍ਰੈਲ ਔਨ ਵਿਸਾਖੀ ਡੇ 1801 ਬਾਬਾ ਸਾਹਿਬ ਸਿੰਘ ਬੇਦੀ ਅਪਲਾਈਡ ਰਾਜ ਤਿਲਕ ਟੂ ਹਿਮ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਰਾਜ ਤਿਲਕ ਹੈ ਉਹ ਕਿਸਨੇ ਕੀਤਾ ਸੀ ਤਾਂ ਆਨਸਰ ਤੁਹਾਨੂੰ ਆਉਣਾ ਚਾਹੀਦਾ ਬਾਬਾ ਸਾਹਿਬ ਸਿੰਘ ਨੇ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਨਾਨਕਸ਼ਾਹੀ ਕੁਆਇਨ ਵੀ ਇਸ਼ੂ ਕੀਤੇ ਗਏ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੁਆਰਾ। ਨੇਮ ਆਫ ਗਵਰਨਮੈਂਟ ਸਰਕਾਰ ਖਾਲਸਾ, ਇਹ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ। ਇਹ ਵੀ ਪੁੱਛਿਆ ਜਾਂਦਾ ਕਿ ਨਾਨਕਸ਼ਾਹੀ ਕੁਆਇਨ ਕਿਹਨਾਂ ਦੇ ਦੁਆਰਾ ਇਸ਼ੂ ਕੀਤੇ ਗਏ ਸੀ, ਆਨਸਰ ਹੋਏਗਾ ਮਹਾਰਾਜਾ ਰਣਜੀਤ ਸਿੰਘ। ਇਹ ਵੀ ਪੁੱਛਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਫੌਜ ਦਾ ਨਾਮ ਕੀ ਰੱਖਿਆ ਸੀ, ਉਹਨਾਂ ਨੇ ਰੱਖਿਆ ਸੀ ਸਰਕਾਰ ਖਾਲਸਾ। ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਕੀ ਨਾਮ ਰੱਖਿਆ ਸੀ, ਸਰਕਾਰ ਖਾਲਸਾ ਰੱਖਿਆ ਸੀ। ਅੱਗੇ ਗੱਲ ਕਰੀਏ ਬੈਟਲ ਆਫ ਪਸੀਨ ਆ ਜਾਂਦੀ ਹੈ। ਜਿਵੇਂ ਬੈਟਲ ਆਫ ਲਾਹੌਰ ਆਈ ਸੀ 1799 ਦੇ ਵਿੱਚ, ਉਸੇ ਤਰੀਕੇ ਦੇ ਨਾਲ ਇੱਕ ਬੈਟਲ ਆਫ ਪਸੀਨ ਹੁੰਦੀ ਹੈ 1800 ਦੇ ਵਿੱਚ ਹੁੰਦੀ ਹੈ। ਪਸੀਨ ਵਾਲਾ ਰੀਜ਼ਨ ਤੁਸੀਂ ਦੇਖ ਸਕਦੇ ਹੋ। ਕਹਿੰਦੇ ਦ ਇਨਕਰੀਜ਼ਿੰਗ ਸਟਰੈਂਥ ਆਫ ਰਣਜੀਤ ਸਿੰਘ ਅਲਾਰਮਡ ਦ ਚੀਫਸ ਆਫ ਅਦਰ ਮਿਸਲਸ। ਕਹਿੰਦੇ ਜਿਵੇਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਾਵਰ ਵੱਧਦੀ ਜਾਂਦੀ ਹੈ ਉਵੇਂ ਉਵੇਂ ਦੂਸਰੇ ਮਿਸਲਸ ਦੇ ਰਾਜਿਆਂ ਨੂੰ ਕੀ ਹੈ ਇੱਕ ਤਰੀਕੇ ਦੀ ਨਰਵਸਨੈਸ ਹੋਣੀ ਸਟਾਰਟ ਹੋ ਜਾਂਦੀ ਹੈ। ਕਹਿੰਦੇ with his occupation of Lahore their jealous as well as fears were aroused। ਕਹਿੰਦੇ ਜਿਵੇਂ ਹੀ ਮਹਾਰਾਜਾ ਰਣਜੀਤ ਸਿੰਘ ਨੇ 1799 ਦੇ ਵਿੱਚ ਲਾਹੌਰ ਦੇ ਉੱਤੇ ਜਿੱਤ ਪ੍ਰਾਪਤ ਕੀਤੀ, ਉਵੇਂ ਹੀ ਬਾਕੀ ਮਿਸਲ ਦੇ ਜਿਹੜੇ ਚੀਫ ਸਨ
ਉਹਨਾਂ ਦੇ ਅੰਦਰ ਇੱਕ ਤਾਂ ਜਲਨ ਦੀ ਭਾਵਨਾ ਤੇ ਦੂਸਰੀ ਡਰ ਦੀ ਭਾਵਨਾ ਪੈਦਾ ਹੋਣੀ ਸਟਾਰਟ ਹੋ ਚੁੱਕੀ ਸੀ। ਜਿਵੇਂ ਜੋ ਭੰਗੀ ਦਾ ਚੀਫ ਸੀ, ਕਹਿੰਦੇ ਭੰਗੀ ਚੀਫ ਆਫ ਲਾਹੌਰ, ਨਿਜ਼ਾਮ ਉਦ-ਦੀਨ ਨਵਾਬ ਆਫ ਕਸੂਰ, ਜੱਸਾ ਸਿੰਘ ਰਾਮਗੜੀਆ, ਗੁਲਾਬ ਸਿੰਘ ਭੰਗੀ, ਜੋਧ ਸਿੰਘ। ਕਹਿੰਦੇ ਰਣਜੀਤ ਸਿੰਘ ਵਨ ਬੈਟਲ ਆਫ ਵਿਦਾਊਟ ਫਾਈਟਿੰਗ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੋ ਬੈਟਲ ਸੀ ਇਹ ਬਿਨਾਂ ਲੜੇ ਹੀ ਜਿੱਤ ਲਈ ਸੀ। ਦਿਸ ਵਿਕਟਰੀ ਸਟਰੈਂਥਨਡ ਰਾਜਾ ਰਣਜੀਤ ਸਿੰਘ's hold on Lahore but also cleared his way, expand his empire and crush the rest of his enemies। ਕਹਿੰਦੇ ਹੁੰਦਾ ਕੀ ਹੈ ਕਿ ਜਦੋਂ ਵੈਸੇ ਤਾਂ ਜਦੋਂ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਨੂੰ ਕੈਪਚਰ ਕਰ ਲਿਆ ਸੀ, ਆਫਟਰ ਦੈਟ ਉਹਨਾਂ ਦੀ ਜਿਹੜੀ ਪਾਵਰ ਸੀ ਅਰੋਸ ਇਨਕਰੀਜ਼ ਹੋਣੀ ਸਟਾਰਟ ਹੋ ਚੁੱਕੀ ਸੀ। ਜਦੋਂ ਉਸ ਤੋਂ ਬਾਅਦ ਬਾਕੀ ਮਿਸਲਸ ਦੇ ਜਿਹੜੇ ਚੀਫ ਸੀ ਉਹਨਾਂ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਪ੍ਰਤੀ ਜੈਲਸ ਤੇ ਫੀਅਰ ਹੋਣਾ, ਡਰ ਪੈਦਾ ਹੋਣਾ ਸਟਾਰਟ ਹੋ ਗਿਆ ਸੀ। ਬਟ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਭਸੀਨ ਨੂੰ ਕੈਪਚਰ ਕੀਤਾ, ਬਿਨਾਂ ਲੜੇ ਹੀ ਇੱਕ ਤਰੀਕੇ ਦਾ ਨੋਮੀਨਲ ਬੇਸ ਤੇ ਹੀ ਉਹਨਾਂ ਨੇ ਕੈਪਚਰ ਕਰ ਲਿਆ ਸੀ, ਜਿੱਤ ਲਿਆ ਸੀ ਇਸ ਬੈਟਲ ਨੂੰ। ਤੇ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਰਾਜ ਬਾਟ ਸੀ ਉਹ ਐਕਸਪੈਂਡ ਹੋਣਾ, ਫੈਲਣਾ ਕੀ ਹੋ ਗਿਆ ਸੀ, ਸ਼ੁਰੂ ਹੋ ਗਿਆ ਸੀ। ਤੇ ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਹੌਰ ਏਰੀਏ ਦੇ ਵਿੱਚ ਜਿਹੜੀ ਪਕੜ ਸੀ ਉਹ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਈ ਸੀ ਤੇ ਆਪਣੇ ਐਨੀਮੀਜ਼ ਨੂੰ ਈਜ਼ਲੀ ਹੁਣ ਉਹ ਕੀ ਕਰਦੇ ਜਾਣਗੇ, ਰਿਮੂਵ ਕਰਦੇ ਜਾਣਗੇ। ਉਸ ਤੋਂ ਬਾਅਦ 1805 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਬੈਟਲ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ 1805 ਦੇ ਵਿੱਚ ਕਿਸ ਨੂੰ ਕੈਪਚਰ ਕਰਦੇ ਨੇ, ਅੰਮ੍ਰਿਤਸਰ ਨੂੰ ਕੈਪਚਰ ਕਰ ਲੈਂਦੇ ਨੇ। ਕਹਿੰਦੇ ਗੁਰਦਿੱਤ ਸਿੰਘ ਅ ਮਾਈਨਰ ਬਿਕਮ ਦਾ ਰੂਲਰ ਆਫ ਅੰਮ੍ਰਿਤਸਰ। ਕਹਿੰਦੇ ਗੁਰਦਿੱਤ ਸਿੰਘ ਬਹੁਤ ਛੋਟਾ ਸੀ ਜੋ ਕਿਹਦਾ ਰੂਲਰ ਬਣ ਗਿਆ ਸੀ, ਅੰਮ੍ਰਿਤਸਰ ਦਾ ਰੂਲਰ ਬਣਿਆ ਸੀ। ਕਹਿੰਦੇ ਦਾ ਇੰਟਾਇਰ ਪਾਵਰ ਆਫ ਐਡਮਿਨਿਸਟ੍ਰੇਸ਼ਨ ਵਾਸ ਇਨ ਹੈਂਡ ਆਫ ਹਿਸ ਮਦਰ ਮਾਈ ਸੁਖਾ। ਕਹਿੰਦੇ ਦੇਖੋ ਜੋ ਗੁਰਦਿੱਤ ਸਿੰਘ ਉਹ ਬਹੁਤ ਛੋਟਾ ਸੀ ਜਿਸ ਕਰਕੇ ਜਿਹੜੀ ਪਾਵਰ ਸੀ ਉਹ ਕਿਹਦੇ ਹੱਥ ਵਿੱਚ ਸੀ, ਉਸਦੀ ਮਾਤਾ ਗੁਰਦਿੱਤ ਸਿੰਘ ਦੀ ਮਾਤਾ ਮਾਈ ਸੁਖਾ ਦੇ ਹੱਥ ਦੇ ਵਿੱਚ ਸੀ। 1805 ਦੇ ਵਿੱਚ ਕੀ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਮਾਈ ਸੁਖਾ ਨੂੰ ਇੱਕ ਮੈਸੇਜ ਭੇਜਦੇ ਨੇ। ਕੀ ਮੈਸੇਜ ਭੇਜਦੇ ਨੇ? that she should hand over the control to him. He also asked her to give him the ਲੋਹਗੜ੍ਹ ਫੋਰਟ। ਦੇਖੋ ਅੰਮ੍ਰਿਤਸਰ ਦਾ ਰਾਜਾ ਕੌਣ ਬਣਿਆ? ਗੁਰਦਿੱਤ ਸਿੰਘ ਬਣਿਆ। ਬਟ ਉਮਰ ਦੇ ਵਿੱਚ ਛੋਟਾ ਹੋਣ ਕਰਕੇ ਜਿਹੜੀ ਸਾਵਰੀ ਪਾਵਰ ਸੀ ਉਹਦੀ ਮਾਤਾ ਸੁੱਖਾਂ ਦੇ ਹੱਥ ਦੇ ਵਿੱਚ ਸੀ ਤੇ ਮਾਤਾ ਸੁੱਖਾਂ ਨੂੰ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਸੁਨੇਹਾ ਭੇਜਦੇ ਨੇ ਕਿ ਇਸ ਦੀ ਜੋ ਐਡਮਿਨਿਸਟ੍ਰੇਸ਼ਨ ਪਾਵਰ ਹੈ, ਠੀਕ ਹੈ, ਜੋ ਰੂਲਿੰਗ ਪਾਵਰ ਹੈ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੇ ਦਿੱਤੀ ਜਾਵੇ ਤੇ ਇਸ ਤੋਂ ਇਲਾਵਾ ਲੋਹਗੜ੍ਹ ਦਾ ਫੋਰਟ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੇ ਦਿੱਤਾ ਜਾਵੇ। ਕਹਿੰਦੇ ਮਾਈ ਸੁੱਖਾ ਰਿਫਿਊਜ਼ ਦ ਡਿਮਾਂਡ ਆਫ ਮਹਾਰਾਜਾ। ਕਹਿੰਦੇ ਉਹਨਾਂ ਨੇ ਜੋ ਮਾਈ ਸੁੱਖਾ ਸੀ ਉਸਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਡਿਮਾਂਡ ਸੀ ਉਸਨੂੰ ਰਿਫਿਊਜ਼ ਕਰਤਾ। ਕਹਿੰਦੇ ਆਫਟਰ ਡਿਫੀਟ ਮਾਈ ਸੁੱਖਾ ਐਂਡ ਗੁਰਦੀਪ ਸਿੰਘ ਵਰ ਗਿਵਨ ਅ ਜਗੀਰ। ਕਹਿੰਦੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਕੀ ਕੀਤਾ? ਹਰਾਇਆ। ਲਾਹੌਰ ਵਾਸ ਮੇਡ ਦਾ ਕੈਪੀਟਲ ਆਫ ਪੰਜਾਬ ਤੇ ਉਹਨਾਂ ਨੇ ਪੰਜਾਬ ਦੀ ਕੈਪੀਟਲ ਰਾਜਧਾਨੀ ਕਿਸ ਨੂੰ ਬਣਾਤਾ? ਲਾਹੌਰ ਬਣਾਤਾ ਤੇ ਆਪਣੀ ਜਿਹੜੀ ਰਿਲੀਜੀਅਸ ਕੈਪੀਟਲ ਸੀ ਉਹ ਕਿਸ ਨੂੰ ਬਣਾਇਆ? ਅੰਮ੍ਰਿਤਸਰ। ਕਿੰਨਾਂ ਦੇ ਹੱਥਾਂ ਚੋਂ ਖੋਈ ਸੀ? ਮਾਈ ਸੁੱਖਾ, ਦੈਟ ਮੀਨਸ ਗੁਰਦਿੱਤ ਸਿੰਘ ਦੇ ਹੱਥ ਦੇ ਵਿੱਚੋਂ ਇਨਕਿਓਰ ਕਰ ਲਈ ਸੀ। ਨੈਕਸਟ ਹੈ ਜੀ ਇੱਕ ਜ਼ਮਜ਼ਮਾ ਗਨ ਹੈ ਔਰ ਭੰਗੀ ਵਾਲੀ ਤੋਪ ਹੈ ਜਿਹੜੀ ਯੂਜ਼ ਕੀਤੀ ਗਈ ਸੀ ਅਹਿਮਦ ਸ਼ਾਹ ਅਬਦਾਲੀ ਦੇ ਦੁਆਰਾ 1761 ਦੇ ਵਿੱਚ ਜੋ ਪਾਣੀਪਤ ਦੀ 3rd ਬੈਟਲ ਹੋਈ ਸੀ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਾਸ ਦੇ ਵਿਚਕਾਰ ਉੱਥੇ ਇਹ ਗਨ ਕੀ ਹੈ ਯੂਜ਼ ਕੀਤੀ ਗਈ ਸੀ। ਇਟ ਵਾਸ ਕੈਪਚਰਡ ਬਾਈ ਝੰਡਾ ਸਿੰਘ ਇਨ 1773 ਐਂਡ ਕੈਰੀਡ ਟੂ ਅੰਮ੍ਰਿਤਸਰ। ਕਹਿੰਦੇ ਝੰਡੇ ਨੇ ਇਹ ਕੈਪਚਰ ਕੀਤੀ ਤੇ ਅੰਮ੍ਰਿਤਸਰ ਲੈ ਕੇ ਆਇਆ। 1802 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ 1805 ਦੇ ਵਿੱਚ ਅੰਮ੍ਰਿਤਸਰ ਨੂੰ ਕਬਜ਼ਾ ਕੀਤਾ, ਦ ਕੈਨਾਨ ਫੈਲ ਇਨਟੂ ਹਿਜ਼ ਹੈਂਡ। ਤਾਂ ਇਹ ਜਿਹੜੀ ਪਿਸਤੌਲ ਸੀ ਜਾਂ ਤੋਪ ਸੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਹੱਥਾਂ ਦੇ ਵਿੱਚ ਆ ਚੁੱਕੀ ਸੀ। ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਨੈਕਸਟ ਗੱਲ ਕਰੀਏ ਕਨਕੁਐਸਟ ਆਫ ਕਸੂਰ। ਦੇਖੋ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਨਕਿਓਰ ਕੀਤਾ ਲਾਹੌਰ, ਦੈਨ ਪਸੀਨ, ਦੈਨ ਆਪਣਾ ਅੰਮ੍ਰਿਤਸਰ ਸਾਹਿਬ ਤੇ ਹੁਣ ਕਿੱਥੇ ਆ ਗਏ ਨੇ? ਕਸੂਰ ਦੇ ਵਿੱਚ ਆ ਗਏ ਨੇ। ਆਪਾਂ ਪਿੱਛੇ ਵੀ ਪੜ੍ਹ ਕੇ ਆਏ ਹਾਂ ਜੋ ਕਸੂਰ ਦਾ ਰਾਜ ਆ ਉਹ ਆਲਰੇਡੀ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਹੁਤ ਜ਼ਿਆਦਾ ਕੀ ਕਰਦਾ? ਜੈਲਸ ਫੀਲ ਕਰ ਰਿਹਾ ਸੀ ਤੇ ਉਸਦਾ ਖੌਫ ਇੱਕ ਤਰੀਕੇ ਦਾ ਉਸਦੇ ਦਿਲ ਦੇ ਵਿੱਚ ਸੀ ਮਹਾਰਾਜਾ ਜੀ ਦਾ। ਤੇ ਉਸ ਤੋਂ ਬਾਅਦ ਉਸੇ ਸਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਤੋਂ ਬਾਅਦ ਕਸੂਰ ਦੇ ਉੱਤੇ ਕੈਪਚਰ ਕੀਤਾ, ਉਸਦੇ ਉੱਤੇ ਕਬਜ਼ਾ ਕੀਤਾ 1805 ਦੇ ਵਿੱਚ। ਹੁਣ ਸਾਨੂੰ ਪਤਾ ਹੈ ਕਿ
1807 ਦੇ ਵਿੱਚ ਕੀ ਹੋ ਜਾਂਦੀ ਹੈ, ਨਾਜ਼ਿਮ ਉਦ ਦਿਨ ਦੀ ਕੀ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ। ਹਿਜ਼ ਸਨ ਕੁਤਬ ਉਦ ਦਿਨ ਹੈਂਡਓਵਰ ਲੈ ਲੈਂਦਾ, ਸਾਰੀ ਪਾਵਰ ਨੂੰ ਲੈ ਲੈਂਦਾ ਆਪਣੇ ਕੋਲ। ਹੀ ਡਿਕਲੇਅਰਡ ਹਿਮਸੈਲਫ ਇੰਡੀਪੈਂਡੈਂਟ ਫਰੋਮ ਦਾ ਮਹਾਰਾਜਾ ਰਣਜੀਤ ਸਿੰਘ। ਐਕਚੁਅਲ ਦੇ ਵਿੱਚ ਹੁੰਦਾ ਕੀ ਹੈ, ਤੁਸੀਂ ਪਿੱਛੇ ਦੇਖਿਆ ਜਿਹੜੀ ਬੈਟਲ ਆਫ ਆਪਣੀ ਭੰਗੀ ਵਾਲੀ ਹੁੰਦੀ ਹੈ, ਉਹਦੇ ਵਿੱਚ ਇਹ ਜੋ ਕਸੂਰ ਦਾ ਰਾਜ ਹੈ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਸਪੋਰਟ ਕਰਦਾ। ਬਟ ਹੁਣ ਕੀ ਹੈ, ਜਦੋਂ ਉਸਦੀ ਡੈਥ ਹੋ ਜਾਂਦੀ ਹੈ ਨਸੂਰਉদ্দিਨ ਦੀ, ਤਾਂ ਉਹਦਾ ਜਿਹੜਾ ਬੇਟਾ ਹੈ ਕੁਤਬਉੱਦੀਨ, ਉਹ ਆਪਣੇ ਆਪ ਨੂੰ ਰਾਜਾ ਘੋਸ਼ਿਤ ਕਰ ਲੈਂਦਾ ਤੇ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਇੰਡੀਪੈਂਡੈਂਟ ਕੋਸ਼ਿਸ਼ ਕਰ ਲੈਂਦਾ ਕਿ ਮੈਂ ਇਹਨਾਂ ਤੋਂ ਬਾਹਰ ਕੰਮ ਕਰਾਂਗਾ। ਫਿਰ ਕੀ ਹੁੰਦਾ ਹੈ कि Maharaja along with his huge army attacked Kasur and besieged the fort. Maharaja Ranjit Singh included Kasur in his own kingdom. ਕਹਿੰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਦਾ ਤਾਂ ਮਹਾਰਾਜਾ ਰਣਜੀਤ ਸਿੰਘ ਆਪਣੀ ਆਰਮੀ ਲੈ ਕੇ ਉਸ ਦੇ ਉੱਤੇ ਅਟੈਕ ਕਰ ਦਿੰਦੇ ਨੇ ਤੇ ਕਸੂਰ ਨੂੰ ਆਪਣੀ ਕਿੰਗਡਮ ਦੇ ਵਿੱਚ ਸ਼ਾਮਿਲ ਕਰ ਦਿੰਦੇ ਨੇ। ਕੁਤਬਉੱਦੀਨ ਵਾਸ ਗਿਵਨ ਅ ਜਗੀਰ ਆਫ ਮੈਮਡੋਟ ਫॉर ਹਿਜ਼ ਲਾਈਵਹੁੱਡ, ਤਾਂ ਉਹਨੂੰ ਛੋਟੀ ਜਿਹੀ ਇੱਕ ਜਗੀਰ ਦੇ ਦਿੱਤੀ ਜਾਂਦੀ ਹੈ ਕੁਤਬਉੱਦੀਨ ਨੂੰ ਤਾਂ ਕਿ ਉਹ ਜਿੰਦਾ ਰਹਿ ਸਕੇ। ਇਸ ਤੋਂ ਬਾਅਦ ਜਿਹੜਾ ਹਰੀ ਸਿੰਘ ਫਸਟ ਸਿਗਨੀਫਿਕੈਂਟ ਪਾਰਟੀਸਪੇਸ਼ਨ ਇਨ ਸਿੱਖ ਕਨਕੁਐਸਟ ਔਨ, ਹਰੀ ਸਿੰਘ ਨਲੂਆ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਾਥ ਕਸੂਰ ਦੀ ਜੁੱਧ ਦੇ ਵਿੱਚ ਦਿੱਤਾ ਸੀ। ਤੇ ਹਰੀ ਸਿੰਘ ਨਲੂਆ ਮਤਲਬ ਸਭ ਤੋਂ ਇੱਕ ਕਰੀਬੀ ਕਹਿ ਲਓ ਜਾਂ ਸਭ ਤੋਂ ਪਾਵਰਫੁਲ ਕਹਿ ਲਓ ਜਾਂ ਤੁਸੀਂ ਕਹਿ ਦਿਓ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਜੀ ਬਾਂਹ ਰਹੇ ਨੇ। ਫਿਰ ਇਸ ਤੋਂ ਬਾਅਦ ਇੱਕ ਟ੍ਰੀਟੀ ਆਫ ਲਾਹੌਰ ਹੁੰਦੀ ਹੈ ਜੀ, ਉਹਨੂੰ ਵੀ ਦੇਖ ਲੈਂਦੇ ਹਾਂ। ਕਹਿੰਦੇ ਟ੍ਰੀਟੀ ਆਫ ਫਰੈਂਡਸ਼ਿਪ ਐਂਡ ਐਮਿਟੀ was entered into ਰਣਜੀਤ ਸਿੰਘ along with ਸਰਦਾਰ ਫਤਿਹ ਸਿੰਘ ਆਲੂਵਾਲੀਆ of ਕਪੂਰਥਲਾ। ਇੱਕ ਟ੍ਰੀਟੀ ਸਾਈਨ ਹੁੰਦੀ ਹੈ, ਲਾਹੌਰ ਦੀ ਟ੍ਰੀਟੀ ਕਹਿੰਦੇ ਨੇ ਉਹਨੂੰ। 1809 ਦੇ ਜਾਂ 7-8 ਦੇ ਕਰੀਬ ਹੋਈ ਹੋਏਗੀ, 1806 ਦੇ ਵਿੱਚ, 1809 ਦੇ ਵਿੱਚ ਅੰਮ੍ਰਿਤਸਰ ਦੀ ਟ੍ਰੀਟੀ ਸਾਈਨ ਹੋਈ ਸੀ ਸਤਲੁਜ ਰਿਵਰ ਨੂੰ ਲੈ ਕੇ। 1806 ਦੇ ਵਿੱਚ ਇਹ ਟ੍ਰੀਟੀ ਸਾਈਨ ਹੋਈ ਸੀ, ਟ੍ਰੀਟੀ ਆਫ ਲਾਹੌਰ, ਜਿਹੜੀ ਕਿਹਨਾਂ ਦੇ ਵਿਚਕਾਰ ਹੋਈ ਸੀ, ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰ ਫਤਿਹ ਸਿੰਘ ਆਲੂਵਾਲੀਆ ਦੇ ਵਿੱਚ ਇੱਕ ਫਰੈਂਡਸ਼ਿਪ ਟ੍ਰੀਟੀ ਸਾਈਨ ਹੋਈ ਸੀ। ਕਹਿੰਦੇ ਵਿਦ ਦਾ ਈਸਟ ਇੰਡੀਆ ਕੰਪਨੀਜ਼ ਅੰਬੈਸਡਰ ਲਾਰਡ ਲੇਕ ਔਨ, ਇਹ ਇਹਨਾਂ ਦੇ ਨਾਲ ਕੌਣ ਸਨ ਦੇਖੋ, ਇੱਕ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਸਰਦਾਰ ਫਤਿਹ ਸਿੰਘ ਆਲੂਵਾਲੀਆ ਤੇ ਈਸਟ ਇੰਡੀਆ ਕੰਪਨੀ ਦੇ ਅੰਬੈਸਡਰ ਸਨ ਲਾਰਡ ਲੇਕ, ਉਹਨਾਂ ਦੇ ਵਿਚਕਾਰ ਇਹ ਟ੍ਰੀਟੀ ਸਾਈਨ ਹੋਈ ਸੀ। ਕਹਿੰਦੇ ਇਟ ਵਾਸ ਬੇਸਿਕਲੀ ਬੇਸਡ ਅਪਨ ਦਾ ਫੈਕਟ ਦੈਟ ਐਨੀਮੀਜ਼ ਐਨੀਮੀ ਇਜ਼ ਫਰੈਂਡ। ਕਹਿੰਦੇ ਇਹ ਐਕਚੁਅਲੀ ਦੇ ਵਿੱਚ ਕਿਸ ਚੀਜ਼ ਦੇ ਉੱਤੇ ਬੇਸ ਸੀ ਇਹ ਟ੍ਰੀਟੀ ਕਿ ਦੁਸ਼ਮਣ ਦਾ ਦੁਸ਼ਮਣ ਕੀ ਹੁੰਦਾ ਹੈ, ਫਰੈਂਡ ਹੁੰਦਾ ਹੈ, ਦੋਸਤ ਹੁੰਦਾ ਹੈ। ਰੀਜ਼ਨ ਕੀ ਸੀ ਇਸ ਟ੍ਰੀਟੀ ਨੂੰ ਸਾਈਨ ਕਰਨ ਦਾ? ਕਹਿੰਦੇ देयर वाज अ fear of French attacked by coalition led by the Napoleon and ਜ਼ਾਮਨ ਸ਼ਾਹ। ਕਹਿੰਦੇ ਹੁਣ ਇਹ ਚੀਜ਼ ਸੀ ਕਿ ਸ਼ਾਇਦ ਜਿਹੜਾ ਨੈਪੋਲੀਅਨ ਸੀ ਉਹ ਇੰਡੀਆ ਦੇ ਉੱਤੇ ਕੀ ਕਰ ਸਕਦਾ ਸੀ, ਅਟੈਕ ਕਰ ਸਕਦਾ ਸੀ ਪੰਜਾਬ ਦੇ ਉੱਤੇ। ਜੋ ਦੁਸ਼ਮਣ ਦੇ ਦੁਸ਼ਮਣ ਹੋ ਗਏ ਉਹ ਫਰੈਂਡ ਬਣ ਕੇ ਹੋ ਗਏ ਸੀ। ਕਹਿੰਦੇ ਇਨ ਦਿਸ ਟ੍ਰੀਟੀ ਬੋਥ ਦਾ ਪਾਰਟੀਜ਼ ਬ੍ਰਿਟਿਸ਼ ਐਂਡ ਸਿੱਖਸ ਬੇਸਿਕਲੀ ਐਗਰੀ ਟੂ ਨਾਟ ਸ਼ੈਲਟਰ ਟੂ ਈਚ ਅਦਰਸ ਐਨੀਮੀ ਐਂਡ ਨਾਟ ਇੰਟਰਫੇਅਰ ਵਿਦ ਈਚ ਅਦਰਸ ਅਫੇਅਰ। ਕਹਿੰਦੇ ਇੱਥੇ ਇਹਨਾਂ ਦੀ ਇਹ ਟ੍ਰੀਟੀ ਸਾਈਨ ਹੋਈ ਕਿ ਅਸੀਂ ਆਪਸ ਦੇ ਵਿੱਚ ਨਹੀਂ ਲੜਾਂਗੇ, ਹੁਣ ਅਸੀਂ ਇੱਕ ਪਾਵਰ ਬਣ ਕੇ ਨੈਪੋਲੀਅਨ ਫ੍ਰੈਂਚ ਰੈਵੋਲੂਸ਼ਨ ਉਹ ਕੀ ਕਰਾਂਗੇ, ਫ੍ਰੈਂਚ ਵਾਲਿਆਂ ਦਾ ਅੰਗੇਜਡ ਰਵਾਂਗੇ, ਉਹਨਾਂ ਦਾ ਮੁਕਾਬਲਾ ਕਰਾਂਗੇ। ਕਹਿੰਦੇ ਦਿਸ ਫਰੈਂਡਸ਼ਿਪ ਹੈਡ ਲਾਸਟਡ ਟਿਲ ਡੈਥ ਆਫ ਰਣਜੀਤ ਸਿੰਘ ਇਨ 1839। ਕਹਿੰਦੇ ਇਹ ਟ੍ਰੀਟੀ ਨਾ, ਇਹ ਵਾਲੀ ਟ੍ਰੀਟੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਮੌਤ ਤੱਕ ਚੱਲੀ, 1839 ਤੱਕ। ਨੈਕਸਟ ਗੱਲ ਕਰੀਏ ਤਾਂ ਉਸ ਤੋਂ ਬਾਅਦ ਕਸੂਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਨੂੰ ਕੈਪਚਰ ਕੀਤਾ। ਕਿਹੜੇ ਸਾਲ ਦੇ ਵਿੱਚ? 1809 ਦੇ ਵਿੱਚ ਕੈਪਚਰ ਕੀਤਾ। ਕਹਿੰਦੇ 1806 ਦੇ ਵਿੱਚ ਜਿਹੜਾ ਸੰਸਾਰ ਚੰਦ ਸੀ, ਰੂਲਰ ਕਿੱਥੋਂ ਦਾ ਸੀ? ਕਾਂਗੜਾ ਦਾ। ਫੇਸ ਡਿਫੀਟ ਐਟ ਮਹਾਲ ਮੋਰੀ ਫਰੋਮ ਕਿੰਗ ਆਫ ਨੇਪਾਲ ਅਮਰ ਸਿੰਘ ਥਾਪਾ। ਐਸ ਰਿਜ਼ਲਟ ਸੰਸਾਰ ਚੰਦ ਆਸਕਡ ਫॉर ਹੈਲਪ ਫॉर ਮਹਾਰਾਜਾ ਰਣਜੀਤ ਸਿੰਘ ਅਗੇਂਸਟ ਦਾ ਗੋਰਖਾਸ। ਦੇਖੋ ਇਹਨੂੰ ਜੋ ਕਾਂਗੜਾ ਦਾ ਰਾਜਾ ਸੀ ਉਸਨੂੰ ਗੋਰਖਾਸ ਨੇ ਹਰਾਤਾ ਸੀ ਤੇ ਉਹਨਾਂ ਤੋਂ ਬਦਲਾ ਲੈਣ ਲਈ ਕਾਂਗੜਾ ਦੇ ਜੋ ਰਾਜਾ ਸੀ ਉਸਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਹੱਥ ਮਿਲਾਇਆ। ਆਫਟਰ ਦੈਟ ਮਹਾਰਾਜਾ ਐਗਰੀ ਟੂ ਹੈਲਪ ਹਿਮ ਬਟ ਡਿਮਾਂਡਡ ਦਾ ਫੋਰਟ ਆਫ ਕਾਂਗੜਾ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਦੀ ਹੈਲਪ ਕਰਨ ਦੇ ਲਈ ਹਾਂ ਕਰਤੀ ਤੇ ਬਦਲੇ ਦੇ ਵਿੱਚ ਕਾਂਗੜਾ ਦਾ ਫੋਰਟ ਮੰਗਿਆ ਸੀ। ਕਹਿੰਦੇ ਸੰਸਾਰ ਚੰਦ ਐਕਸੈਪਟਡ ਹਿਸ ਡਿਮਾਂਡ। ਤੱਕ ਕਹਿੰਦੇ ਸੰਸਾਰ ਚੰਦ ਨੂੰ ਹੈਲਪ ਚਾਹੀਦੀ ਸੀ, ਉਹਨਾਂ ਨੇ ਸੰਸਾਰ ਚੰਦ ਨੇ ਜੋ ਕਾਂਗੜਾ ਦਾ ਰਾਜਾ ਸੀ ਉਸਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਮੰਨ ਲਈ। ਕਹਿੰਦੇ ਦ ਮਹਾਰਾਜਾ ਸੈਂਟ ਹਿਸ ਫੋਰਸ ਅੰਡਰ ਦਾ ਲੀਡਰਸ਼ਿਪ ਆਫ ਮੋਹਕਮ ਚੰਦ ਅਗੇਂਸਟ ਗੋਰਖਾਸ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ
ਸੰਸਾਰ ਚੰਦ ਦੀ ਹੈਲਪ ਕਰਨ ਦੇ ਲਈ ਆਪਣੀ ਫੌਜ ਭੇਜਤੀ ਮੌਕਮ ਚੰਦ ਦੇ ਅੰਡਰ ਸੀ ਜੋ, ਠੀਕ ਹੈ ਜੀ। ਕਿਹਨਾਂ ਦੇ ਨਾਲ ਲੜਨਾ ਸੀ ਇਹਨਾਂ ਨੇ? ਗੋਰਖਾਸ ਦੇ ਨਾਲ। ਕਹਿੰਦੇ ਸੰਸਾਰ ਚੰਦ ਵਾਂਟਡ ਟੂ ਡੈਮਿਨਿਸ਼ ਦ ਪਾਵਰ ਆਫ ਸਿੱਖਸ ਐਂਡ ਦ ਗੋਰਖਾਸ ਵਿਦ ਦਿਸ ਟ੍ਰਿਕ। ਕਹਿੰਦੇ ਐਕਚੁਅਲ ਦੇ ਵਿੱਚ ਇਹਦੇ ਪਿੱਛੇ ਜਿਹੜਾ ਆਪਣਾ ਚੰਦ ਹੈ ਨਾ, ਸੰਸਾਰ ਚੰਦ ਇਹ ਟ੍ਰਿਕ ਲਾ ਰਿਹਾ ਸੀ। ਕਹਿੰਦਾ ਮੈਂ ਕੀ ਕਰਾਂਗਾ, ਆਪ ਸਾਈਡ ਤੇ ਹੋ ਜਾਵਾਂਗਾ, ਗੋਰਖਾਸ ਤੇ ਸਿੱਖ ਨੂੰ ਆਪਸ ਦੇ ਵਿੱਚ ਪੜਾ ਕੇ ਦੋਨਾਂ ਹੀ ਪਾਸੇ ਮੈਂ ਜੜੋਂ ਮੁਕਾ ਦੇਵਾਂਗਾ। ਕਹਿੰਦੇ ਬਟ ਅਮਰ ਸਿੰਘ ਥਾਪਾ ਸੂਨ ਐਕਸੈਪਟਡ ਦ ਪਾਵਰ ਆਫ ਮਹਾਰਾਜਾ ਰਣਜੀਤ ਸਿੰਘ। ਬਟ ਕਹਿੰਦੇ ਜਿਹੜੇ ਗੋਰਖਾ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਪਾਵਰ ਨੂੰ, ਸ਼ਕਤੀ ਨੂੰ ਬਹੁਤ ਜਲਦੀ ਮੰਨ ਲਿਆ ਸੀ, ਐਕਸੈਪਟ ਕਰ ਲਿਆ ਸੀ। ਦ ਇੰਟਾਇਰ ਏਰੀਆ ਵਾਸ ਲੈਫਟ ਅੰਡਰ ਸੰਸਾਰ ਚੰਦ ਐਕਸੈਪਟ ਦ ਫੋਰਟ ਆਫ ਕਾਂਗੜਾ। ਕਹਿੰਦੇ ਹੁਣ ਕੀ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੂਰੇ ਕਾਂਗੜਾ ਨੂੰ ਕੀ ਕਰ ਲਿਆ ਸੀ। ਕਹਿੰਦੇ ਦ ਇੰਟਾਇਰ ਏਰੀਆ ਵਾਸ ਲੈਫਟ ਅੰਡਰ, ਅੱਛਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਿਰ ਵੀ ਕੀ ਕੀਤਾ, ਸਿਰਫ ਕਾਂਗੜਾ ਦਾ ਫੋਰਟ ਹੀ ਲਿਆ ਤੇ ਬਾਕੀ ਸਾਰਾ ਕੁਝ ਏਰੀਆ ਸੰਸਾਰ ਚੰਦ ਲਈ ਛੱਡ ਦਿੱਤਾ ਸੀ। ਉਸ ਤੋਂ ਬਾਅਦ ਗੱਲ ਕਰੀਏ, ਕਹਿੰਦੇ ਐਂਗਲੋ ਸਿੱਖ ਰਿਲੇਸ਼ਨ 1812 ਤੋਂ ਲੈ ਕੇ 1821 ਤੱਕ ਬ੍ਰਿਟਿਸ਼ਰਸ ਤੇ ਸਿੱਖਾਂ ਦੇ ਰਿਲੇਸ਼ਨਸ਼ਿਪ ਕਿਵੇਂ ਦੇ ਰਹੇ ਨੇ। ਕਹਿੰਦੇ ਇਨ 1812 AD David Arcalaji attend the marriage of Khadak Singh, the son of Maharaja Ranjit Singh. After marriage, also went to see the fort of Lahore. On the other hand, British sent 1000 guns to Maharaja in it. ਦੇਖੋ ਇੱਥੇ ਅਗਰ ਤੁਸੀਂ ਐਨਾਲਾਈਜ਼ ਕਰੋ ਇਹਨਾਂ ਵਰਡਸ ਨੂੰ ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ 1806 ਦੇ ਵਿੱਚ ਵੈਸੇ ਇਹਨਾਂ ਦੇ ਵਿੱਚ ਟ੍ਰੀਟੀ ਹੋਈ ਸੀ, ਲਾਹੌਰ ਦੀ ਟ੍ਰੀਟੀ ਸਾਈਨ। ਉਹਨਾਂ ਤੋਂ ਬਾਅਦ ਵੀ ਇਹਨਾਂ ਦੀ ਜਿਹੜੀ ਇੱਕ ਫਰੈਂਡਸ਼ਿਪ ਟ੍ਰੀਟੀ ਚੱਲਦੀ ਆਈ ਹੈ। ਆਫਟਰ ਦੈਟ ਕਹਿੰਦੇ 1813 ਦੀ 12 ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੱਡੇ ਪੁੱਤਰ ਖੜਕ ਸਿੰਘ ਦੇ ਵਿਆਹ ਦੇ ਉੱਤੇ ਇਹ ਐਂਗਲੋ ਇੰਡੀਅਨਸ ਆਏ ਸੀ ਤੇ ਉਹਨਾਂ ਨੇ 1000 ਤੋਪਾਂ ਵੀ, ਹਥਿਆਰ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਗਿਫਟ ਦੇ ਵਿੱਚ ਦਿੱਤੇ ਸਨ। ਇਸ ਤੋਂ ਬਾਅਦ 1822 ਤੋਂ ਲੈ ਕੇ 1825 ਤੱਕ ਕਿਵੇਂ ਦੇ ਰਿਲੇਸ਼ਨਸ਼ਿਪ ਰਹੇ ਨੇ ਬ੍ਰਿਟਿਸ਼ਰਸ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ। ਕਹਿੰਦੇ the relation between Maharaja Ranjit Singh and British remained strained between 1820 to 25। ਕਹਿੰਦੇ ਫਿਰ ਵੀ 1822 ਤੋਂ ਲੈ ਕੇ 1825 ਤੱਕ ਵੀ ਜਿਹੜੇ ਰਿਲੇਸ਼ਨਸ ਨੇ ਉਹ ਕੀ ਰਹਿੰਦੇ ਨੇ, ਠੀਕ ਠੰਡੇ ਰਹਿੰਦੇ ਨੇ। ਕਹਿੰਦੇ ਪੰਧਾਨੀ in south of the river Satluj, Pandhani was under the possess of Sadakar, mother-in-law of the Maharaja. In 1821 AD, the Maharaja imprisoned Sadakar and appropriated her the positions because Pandhani was in South Satluj. So in short ਅਗਰ ਦੇਖਿਆ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਹਿੰਦੇ ਹੀ, ਠੀਕ ਹੈ। ਸੋ ਇਹ ਇੰਨਾ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਜਸਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਕੀ ਤੁਸੀਂ ਯਾਦ ਰੱਖਣਾ ਕਿ ਜਿੰਨਾ ਟਾਈਮ ਮਹਾਰਾਜਾ ਰਣਜੀਤ ਸਿੰਘ ਜੀ ਰਹੇ ਨੇ ਉਨਾ ਟਾਈਮ ਜੋ ਰਿਲੇਸ਼ਨਸ ਰਹੇ ਨੇ ਬ੍ਰਿਟਿਸ਼ਰਸ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਹੁਤ ਅੱਛੇ ਰਹੇ ਨੇ। ਉਹ ਬ੍ਰਿਟਿਸ਼ਰਸ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੂਰੀ ਰਿਸਪੈਕਟ ਕਰਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿੰਨਾ ਟਾਈਮ ਇਹ ਪਰਸਨੈਲਿਟੀ ਪੰਜਾਬ ਦੇ ਵਿੱਚ ਬੈਠੀ ਹੈ ਉਨਾ ਟਾਈਮ ਕੋਈ ਹੋਰ ਇਨਵੇਡਰਸ ਅੰਦਰ ਨਹੀਂ ਆ ਸਕਦੇ। ਇਸ ਤੋਂ ਬਾਅਦ ਇੱਕ ਟ੍ਰੀਟੀ ਸਾਈਨ ਹੁੰਦੀ ਹੈ 1838 ਦੇ ਵਿੱਚ, ਟ੍ਰਾਈਪ੍ਰਿਟੀ ਟ੍ਰੀਟੀ ਇਨ 1838। ਕਹਿੰਦੇ ਇਟ ਵਾਸ ਸਾਈਨਡ ਬਿਟਵੀਨ ਰਣਜੀਤ ਸਿੰਘ, ਸ਼ਾਹ ਸ਼ੁਜਾ ਐਂਡ ਲਾਰਡ ਆਕਲੈਂਡ ਦੇ ਵਿਚਕਾਰ, ਠੀਕ ਹੈ। ਇਹ ਟ੍ਰੀਟੀ ਸਾਈਨ ਹੁੰਦੀ ਹੈ ਜੀ, ਟ੍ਰਾਈਪ੍ਰਿਟੀ ਟ੍ਰੀਟੀ ਹੁੰਦੀ ਹੈ 1838 ਦੇ ਵਿੱਚ ਸਾਈਨ ਹੁੰਦੀ ਹੈ, ਜਿਹੜੀ ਕਿਹਨਾਂ ਦੇ ਵਿਚਕਾਰ ਹੁੰਦੀ ਹੈ, ਮਹਾਰਾਜਾ ਰਣਜੀਤ ਸਿੰਘ, ਸ਼ਾਹ ਸ਼ੁਜਾ ਤੇ ਲਾਰਡ ਆਕਲੈਂਡ ਦੇ ਵਿਚਕਾਰ ਹੁੰਦੀ ਹੈ। ਕਦੋਂ ਹੁੰਦੀ ਹੈ? ਜੂਨ 1838 ਦੇ ਵਿੱਚ। This tripartite treaty was basically to help each other in the time of need। ਕਹਿੰਦੇ ਬੇਸਿਕਲੀ ਇਹ ਟ੍ਰੀਟੀ ਕਾਹਤੋਂ ਸਾਈਨ ਕੀਤੀ ਗਈ ਸੀ ਸ਼ਾਹ ਸ਼ੁਜਾ ਤੇ ਆਕਲੈਂਡ ਦੇ ਨਾਲ ਕਿ ਜਦੋਂ ਵੀ ਕਿਸੇ ਨੂੰ ਇੱਕ ਦੂਜੇ ਦੀ ਲੋੜ ਪਵੇ ਤਾਂ ਸਾਰੀਆਂ ਪਾਵਰਸ ਇੱਕ ਦੂਜੇ ਦੇ ਨਾਲ ਖੜਨਗੀਆਂ। ਇਸ ਟ੍ਰੀਟੀ ਦੇ ਵਿੱਚ ਕਿਹੜੇ ਸਟੈਪ ਫੋਲੋ ਹੋਣੇ ਸੀ? ਸ਼ਾਹ ਸ਼ੁਜਾ ਵਿਲ ਬੀ ਰੀਸਟੇਟਡ ਔਨ ਦਾ ਥਰੋਨ। ਕਹਿੰਦੇ ਉਹਨਾਂ ਨੇ ਕਿਹਾ ਸੀ ਕਿ ਸ਼ਾਹ ਸ਼ੁਜਾ ਆਪਣੇ ਤਾਜ ਦੇ ਉੱਤੇ ਬੈਠਾ ਰਹੇਗਾ। ਸਿੱਖ ਆਰਮੀ ਵਿਲ ਪ੍ਰੋਵਾਈਡ ਆਰਮੀ ਟੂ ਸ਼ਾਹ ਸ਼ੁਜਾ, ਤੇ ਸ਼ਾਹ ਸ਼ੁਜਾ ਨੂੰ ਜਿਹੜੀ ਆਰਮੀ ਹੈ ਉਹ ਸਿੱਖਾਂ ਵੱਲੋਂ ਪ੍ਰੋਵਾਈਡ ਕੀਤੀ ਜਾਏਗੀ। ਸ਼ਾਹ ਸ਼ੁਜਾ ਵਿਲ ਵੀ ਡਿਟਰਮਿਨ ਦ ਫੋਰਨ ਪੋਲਿਸੀ ਵਿਦ ਦ ਐਡਵਾਈਸ ਆਫ ਦ ਬ੍ਰਿਟਿਸ਼। ਕਹਿੰਦੇ ਜਿਹੜਾ ਸ਼ਾਹ ਸ਼ੁਜਾ ਜੇ ਉਸਨੇ ਕਿਸੇ ਫੋਰਨ ਹੋਰ ਕਿਸੇ ਕੰਟਰੀ ਨਾਲ ਕੋਈ ਟ੍ਰੀਟੀ ਸਾਈਨ ਕਰਨੀ ਹੈ ਤਾਂ ਬ੍ਰਿਟਿਸ਼ਰਸ ਨੂੰ ਪੁੱਛ ਕੇ ਕਰੇਗਾ। ਰਣਜੀਤ ਸਿੰਘ ਕਲੇਮ ਔਨ ਦਾ ਰਾਈਟ ਬੈਂਕ ਆਫ ਇੰਡਸ ਵਾਜ਼ ਰਿਕੋਗਨਾਈਜ਼ਡ ਬਾਈ ਸ਼ਾਹ ਸ਼ੁਜਾ, ਤੇ ਰਣਜੀਤ ਸਿੰਘ ਜੀ ਨੇ, ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਬਦਲੇ ਆਪਣੀ ਆਰਮੀ ਦੇਣੀ ਸੀ ਤੇ ਉਸਦੇ ਬਦਲੇ ਇੰਡਸ ਰਿਵਰ ਦੇ ਉੱਤੇ ਆਪਣਾ ਜਿਹੜਾ ਅਧਿਕਾਰ ਸੀ ਉਹ ਸ਼ਾਹ ਸ਼ੁਜਾ ਨੇ ਰਣਜੀਤ ਸਿੰਘ ਜੀ ਦਾ ਐਕਸੈਪਟ ਕਰ ਲਿਆ ਸੀ। ਸ਼ਾਹ ਸ਼ੁਜਾ ਗੇਵ ਅਪ ਕਲੇਮਸ ਔਨ ਸਿੰਧ। ਕਹਿੰਦੇ ਸ਼ਾਹ ਸ਼ੁਜਾ ਨੇ ਜਿਹੜੇ ਆਪਣੇ ਸਿੰਧ ਦੇ ਉੱਤੇ ਕਲੇਮ ਲਾਏ ਸੀ ਨਾ ਕਿ ਮੇਰਾ ਇਹ ਸਿੰਧ, ਉਹ ਵੀ ਛੱਡਤੇ ਸੀ
British would be remain in the background. However, Maharaja Ranjit Singh died of paralysis on 27th June 1839. बट महाराजा रणजीत सिंह जी की जी डैथ हुई सी वो 1847 सॉरी 1839 27 जून ਨੂੰ महाराजा रणजीत सिंह जी की डैथ हो गई सी। देखो महाराजा रणजीत सिंह जी बहुत ज़्यादा ड्रिंक करन लग गए सन जिन्ना करके उन्हों की डैथ हो गई सी कदों 1839 ਦੇ ਵਿੱਚ। इस तो बाद आप गल करी जाए इस तो बाद नहीं मतलब इस तो पहला दी कि महाराजा रणजीत सिंह जी ने अपनी आर्मी को किस तरीके दे नाल ऑर्गेनाइज किया होया सी। कहते आफ्टर डिफीट ऑफ नेपोलियन बैटल ऑफ वाटरलू in 1815 his officers moved toward different direction in order to seek fortune। ਕਹਿੰਦੇ ਜਦੋਂ ਨੈਪੋਲੀਅਨ ਇੰਡੀਆ ਦੇ ਵਿੱਚ ਆਇਆ ਉਹਨੇ ਇੰਡੀਆ ਦੇ ਵਿੱਚ ਜਦੋਂ ਹਮਲਾ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਦਾ ਡਟ ਕੇ ਮੁਕਾਬਲਾ ਕੀਤਾ ਤੇ ਨੈਪੋਲੀਅਨ ਨੂੰ ਲੜਾਈ ਦੇ ਵਿੱਚ ਹਰਾਇਆ। ਤਾਂ ਉਸ ਤੋਂ ਬਾਅਦ ਜਿਹੜੇ ਉਹਦੇ ਆਫੀਸਰ ਸਨ ਉਹ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ ਜਾਣ ਲੱਗੇ। ਕਹਿੰਦੇ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਾ ਆਪਣੀ ਆਰਮੀ ਦੇ ਵਿੱਚ ਕਦੇ ਡਿਸਕ੍ਰਿਮੀਨੇਸ਼ਨ ਨਹੀਂ ਸੀ ਕੀਤੀ, ਕਦੇ ਵੀ ਡਿਸਕ੍ਰਿਮੀਨੇਸ਼ਨ ਮਤਭੇਦ ਨਹੀਂ ਸੀ ਕੀਤਾ। मतलब उन्होंने हर कास्ट हर कम्यूनिटी का बंदा एक वधिया पोस्ट के उत्ते हायर सी। ते इस तो इलावा उन्होंने फ्रेंच के कुछ ऑफिसर्स नूं भी अपनी आर्मी नूं ट्रेन करने के लिए रखा होया सी जो एग्जाम दे विच नैब तहसीलदार वर्गे एग्जाम दे विच पुछया गया सी। ठीक है, किहड़े ऑफिसर्स नूं रखिया सी? जीन बैप्टिस्ट वेंटूरा एंड जीन फ्रांसिस्को एलार्ड। इन्हां नूं महाराजा रणजीत सिंह ये दो नाम तुसीं याद रखोगे। देखो इसनों इस तरीके नाल तुसी याद रख सकते हो जीन बैपेटाइस, जस्ट इन्ना के नाम तुसी याद रखोगे तो तुहानूं याद रह जाएगा जीन बैपेटाइस ते दूसरा है जी जीन फ्रांसिकोस। बस इन्हों दोनों नामां नूं याद रखना है, फिर तुसी ईजिली एग्जाम दे विच इन्हां दोनों नाम्स नूं याद कर सकते हो। तो एग्जाम का क्वेश्चन है जो 1-2 नंबर का होंदा है तुसी ईजिली टैकल कर सकोगे। ये दोनों नूं नेपोलियंस के जिहड़े ऑफिसर सी इन्हां नूं महाराजा रणजीत सिंह ने कादे लई रखिया सी? अपनी आर्मी नूं ट्रेन करन दे लई रखिया सी। नैक्सट गल करिए आपां इस तो इलावा अगर महाराजा रणजीत सिंह की गल करिए कहते इन द बिगिनिंग देयर वॉज नो सैपरेट आर्टिलरी, 2 गन्स वर यूजली। देखो आर्टिलरी की हुंदा है जिथे हथियार रखे जाते हैं। ठीक है, आर्टिलरी की हुंदा है जिथे हथियार रखे जाते हैं। महाराजा रणजीत सिंह जी तो पहला एवें दा कोई जगह नहीं सी जिथे हथियार रखे जाते सी सैपरेटली। कहते 2 गन्स वर यूजली अटैच टू ईच अदर इनफेंट्री बटालियन। देखो जो महाराजा रणजीत सिंह जी ने अपने सैपरेट तो एक आर्टिलरी बनाई सी जिहदे विच हथियार रखे जाते सी। इस तरीके दे नाल 2 रफलों नूं सजा के रखा जाता सी। अ सैपरेट आर्टिलरी कॉप्स वॉज रेस्ड इन 1810 1810 दे विच बनाई गई सी जिसनों की कहा जाता सी तोपखाना ए खास। ठीक है, एग्जाम दे विच पूछा जाता है कि जिथे महाराजा रणजीत सिंह जी के हथियार रखे जाते सन उसनों की कहा जाता सी? उसनों तोपखाना ए खास कहा जाता सी। ते कमांड किस दे द्वारा की जाती सी? मियाँ गवास दे द्वारा इसनों कमांड दी जाती सी। इस तो इलावा गल की जाए तो फौजे खास और फ्रेंच लीजन। हुण फौजे खास ते फ्रेंच लीजन की है? कहते इट वॉज मॉडल ब्रिज ऑफ सिख आर्मी एंड वॉज रेस्ड इन 1822 बाय जनरल वेंचुरा of Italy and General Allard of France. It consisted of 4 infantry battalions, 2 cavalry regiments and 200 guns। ठीक है, फौजे खास सी जो फ्रेंच लीजन। सो ये थोड़े एग्जाम पॉइंट ऑफ व्यू नाल ज़्यादा इंपॉर्टेंट नहीं रहेगा। सो इस दे नाल ही साडा जो अज दा रीजन सी जां अज दे जो साडे पार्ट सी वो महाराजा रणजीत सिंह जी दे रिगार्डिंग कंप्लीट हुंदे ने। सो थैंक यू सो मच। होपफुली तुहानूं क्लीयर हुई होणगियां चीज़ां। अगर कुछ रिमेनिंग है तो अपन नैक्सट पार्ट दे विच लैके आवांगे। सो थैंक यू सो मच।